जट साहब हर सच बोल देना रिश्तिਆਂ ਵਾਸਤੇ ਜ਼ਰੂਰੀ ਹੈ ਜੋ ਸਭ ਝੂਠ ਦੀ ਬੁਨਿਆਦ ਉੱਤੇ ਕਾਇਮ ਕੀਤੇ ਗਏ ਰਿਸ਼ਤੇ ਨਾ ਜੀ ਜ਼ਿਆਦਾ ਦੂਰ ਦੀਆਂ ਮੰਜ਼ਲਾਂ ਨਹੀਂ ਰੱਖਦੇ ਹੁੰਦੇ, ਨੇੜੇ ਟੈ ਪੈਂਦਾ ਨੇੜੇ ਹੀ ਟੈਪ ਨੇ, ਜਲਦੀ ਖਤਮ ਹੋ ਜਾਂਦੇ। ਸਹੀ ਝੂਠ ਦੀ ਬੁਨਿਆਦ ਉੱਤੇ ਤੁਸੀਂ ਕੋਈ ਵੀ ਚੀਜ਼ ਖੜੀ ਕਰ ਸੋ, ਉਹਨੇ ਟੁੱਟ ਜਾਣਾ, ਟਹਿ ਜਾਣਾ। ਤੁਸੀਂ ਬਹੁਤ ਦਫਾ ਸੁਣਿਆ ਸੀ ਕਿ ਝੂਠ ਦੇ ਪੈਰ ਨਹੀਂ ਹੁੰਦੇ। ਨਹੀਂ ਇਹ ਹੁੰਦਾ ਬਿਲਕੁਲ ਗੱਲ ਸੱਚੀ ਹੈ, ਕਿਉਂਕਿ ਤੁਸੀਂ ਇੱਕ ਝੂਠ ਬੋਲਣ ਲਈ ਨਾ ਫਿਰ ਕੋਈ 1000 ਝੂਠ ਬੋਲਣੇ। ਸਹੀ ਲੇਕਿਨ ਤੁਹਾਡਾ ਸਵਾਲ ਹੈ ਕਿ ਹਰ ਸੱਚ ਬੋਲ ਦੇਣਾ ਚਾਹੀਦਾ ਰਿਸ਼ਤਿਆਂ ਵਾਸਤੇ? ਰਿਸ਼ਤਿਆਂ ਵਾਸਤੇ ਜੋ ਸਭ ਕੁਝ ਸੱਚ ਨਹੀਂ ਬੋਲਣੇ ਪੈਂਦੇ। ਅਕਸਰ ਤੁਸੀਂ ਇਹ ਵੀ ਸੁਣਦੇ ਹੋ ਕਿ ਬੰਦਾ ਕੋੜਾ ਤਾਂ ਵੈ ਸੱਚਾ ਵੈ। ਸੱਚ ਹੈ ਬਿਲਕੁਲ। ਉਹਦੀ ਗੱਲ ਚੁੱਭਦੀ ਵੀ ਤਾਂ ਹੋਵੇ ਚੁੱਪ ਸੱਚਾ ਵੈ, ਸੱਚ ਇਤਨਾ ਸੱਚਾ ਵੀ ਨਹੀਂ ਹੋਣਾ ਕਿ ਤੁਹਾਨੂੰ ਲੋਕ ਕੋੜਾ ਕਹਿਣ ਲੱਗ ਪਏ। ਠੀਕ ਹੈ ਰਿਸ਼ਤੇ ਬਚਾਉਣੇ ਵਾਸਤੇ ਕੋਈ ਝੂਠ ਵੀ ਬੋਲਣਾ ਪਵੇ ਨਾ ਤਾਂ ਕੋਈ ਮਮਾਨਤ ਨਹੀਂ, ਰਿਸ਼ਤਾ ਬਚ ਜਾਣਾ ਚਾਹੀਦਾ। ਬਾਅਦ ਚ ਉਹਨੂੰ ਕਲੀਅਰ ਕਰ ਦਿਓ ਜਿਸ ਟਾਈਮ ਮਾਮਲਾਤ ਠੀਕ ਹੋ ਜਾਣ। ਸਹੀ ਹੈ ਰਿਸ਼ਤਾ ਜ਼ਰੂਰੀ ਹੈ ਸੱਚ ਦੇ ਨਾਲ। ਸਹੀ ਹੈ ਔਰ ਇਹ ਜਿਹੜਾ ਕੋੜਾ, ਇਹ ਗੱਲ ਬਿਲਕੁਲ ਗਲਤ ਹੈ। ਇਖਲਾਕ ਉੱਤੇ ਇਨਸਾਨੀਅਤ, ਤਹਿਜ਼ੀਬ, ਮਜ਼ਹਬ ਹਰ ਚੀਜ਼ ਜ਼ੋਰ ਦਿੰਦੀ ਹੈ ਕਿ ਬਿਲਕੁਲ ਤੁਹਾਡਾ ਇਖਲਾਕ ਬਿਹਤਰੀਨ ਹੋਣਾ ਚਾਹੀਦਾ। ਬਿਲਕੁਲ ਸੱਚਾ ਹੋ ਕੇ ਕੋੜਾ ਹੋਣਾ ਬਿਹਤਰੀਨ ਨਹੀਂ ਹੈ। ਸਹੀ ਹੈ ਇਖਲਾਕ ਬਿਹਤਰੀਨ ਹੋਣਾ ਚਾਹੀਦਾ। ਤੁਹਾਡੀ ਜ਼ੁਬਾਨ ਨਾਲ ਕਿਸੇ ਦੀ ਦਿਲ ਆਜ਼ਾਰੀ ਨਹੀਂ ਹੋਣੀ ਚਾਹੀਦੀ, ਕਿਸੇ ਦਾ ਦਿਲ ਨਹੀਂ ਟੁੱਟਣਾ ਚਾਹੀਦਾ। ਸਹੀ ਤੇ ਹਰ ਸੱਚ ਬੋਲਣ ਲਈ ਨਹੀਂ ਹੁੰਦਾ, ਕੁਝ ਸੱਚ ਠੱਪਣ ਲਈ ਵੀ ਹੁੰਦੇ ਨੇ। ਸਹੀ ਰਿਸ਼ਤੇ ਬਚਾਉਣੇ ਬਹੁਤ ਜ਼ਰੂਰੀ। ਮੈਂ ਹਮੇਸ਼ਾ ਕਹਿੰਦਾ ਕਿਸੇ ਵੀ ਚੀਜ਼ ਨਾਲ ਤੁਹਾਡਾ ਰਿਸ਼ਤਾ ਬਚਦਾ ਨਾ, ਤੁਸੀਂ ਇਹ ਚੀਜ਼ ਕੁਰਬਾਨ ਕਰ। ਜਟ ਸਾਹਿਬ ਤੁਹਾਡੀ ਇੱਜ਼ਤ ਹੈ, ਤੁਹਾਡੀ ਅਨਾ ਹੈ, ਤੁਹਾਡੀ ਆਕੜ ਹੈ, ਕੁਝ ਵੀ ਹੈ, ਤੁਹਾਡੀ ਜਾਇਦਾਦ ਹੈ, ਜੀ ਤੁਹਾਡਾ ਮਕਾਨ ਹੈ, ਤੁਹਾਡੀ ਗੱਡੀ ਹੈ, ਤੁਹਾਡੇ ਪੈਸੇ ਨੇ, ਤੁਹਾਡਾ ਮੋਬਾਈਲ ਹੈ, ਕੁਝ ਵੀ ਅਗਰ ਤੁਹਾਡੇ ਰਿਸ਼ਤੇ ਦੇ ਦਰਮਿਆਨ ਰੁਕਾਵਟ ਪੈਦਾ ਕਰਦਾ ਹੈ, ਉਹਨੂੰ ਕੁਰਬਾਨ ਕਰ। ਸਹੀ ਰਿਸ਼ਤਾ ਬਚਾ ਲਓ, ਇਹ ਸਭ ਚੀਜ਼ਾਂ ਵਾਪਸ ਆ ਜਾਣਗੀਆਂ। ਰਿਸ਼ਤੇ ਜਿਹੜੇ ਲੋਕ ਨਹੀਂ ਬਚਾਉਂਦੇ ਚੀਜ਼ਾਂ ਦੀ ਖਾਤਰ, ਉਹ ਨੁਕਸਾਨ ਕਰਦੇ। ਅੱਜ ਤੁਸੀਂ ਵੇਖ ਲਓ ਕਿਤਨੇ ਰਕਬਿਆਂ ਨੇ ਟੁੱਟੇ ਉੱਥੇ ਦੇ ਉੱਥੇ ਪਏ ਨੇ ਪੰਜਾਬ ਦੇ ਸੂਰਮੇ ਜਾਂ ਜੇਲ੍ਹਾਂ ਜਾਂ ਕਬਰਾਂ 'ਚ ਪਏ, ਜਾਂ ਜੇਲਾਂ ਜਾਂ ਕਬਰਾਂ 'ਚ ਬਿਲਕੁਲ ਕਿਉਂਕਿ ਉਹਨਾਂ ਰਿਸ਼ਤੇ ਨਹੀਂ ਬਚਾਏ, ਉਹਨਾਂ ਚੀਜ਼ਾਂ ਮਗਰ ਦੌੜੇ ਨੇ ਚੀਜ਼ਾਂ ਮਗਰ ਤੇ ਚੀਜ਼ਾਂ ਉੱਥੇ ਰਹਿ ਗਈਆਂ। ਉਹ ਸੂਰਮੇ ਜਾਂ ਕਬਰਾਂ 'ਚ। ਪੰਜਾਬ ਦੇ ਜਾਂ ਪੁਲਿਸ ਜੇਲ੍ਹਾਂ। ਫੌਜ 'ਚ ਜਾਂਦੇ, ਪੰਜਾਬ ਦਾ ਨਾਂ ਰੋਸ਼ਨ ਕਰਦੇ। IT ਚਲੇ ਜਾਂਦੇ, ਪੰਜਾਬ ਦਾ ਨਾਂ ਰੋਸ਼ਨ ਕਰਦੇ। ਬਿਲਕੁਲ ਕਿਸੇ ਵੀ ਫੀਲਡ ਵਿੱਚ ਚਲੇ ਜਾਂਦੇ, ਟੀਚਰ ਲੱਗ ਜਾਂਦੇ, ਕਿਤਨੇ ਬੱਚਿਆਂ ਨੂੰ ਪੜ੍ਹਾ ਕੇ ਤੋਰਦੇ, ਡਾਕਟਰ ਲੱਗ ਜਾਂਦੇ, ਕਿਤਨੇ ਮਰੀਜ਼ਾਂ ਨੂੰ ਸ਼ਿਫਾ ਦਿੰਦੇ। ਸਹੀ ਹੈ ਲੇਕਿਨ ਕਿਸੇ ਛੋਟੇ ਜਿਹੇ ਤਨਾਜ਼ੇ ਵਾਸਤੇ, ਕਿਸੇ ਛੋਟੀ ਜਿਹੀ ਚੀਜ਼ ਵਾਸਤੇ। ਜ਼ਮੀਨ ਜਾਇਦਾਦ ਦੀਆਂ ਚੀਜ਼ਾਂ ਛੋਟੀਆਂ ਛੋਟੀਆਂ ਨੇ, ਇਨਸਾਨ ਨੂੰ ਬਹੁਤ ਲੇਟ ਨਾਲ ਪਤਾ ਲੱਗਦਾ। ਜਿਸ ਟਾਈਮ ਉਹਨੂੰ ਪਤਾ ਲੱਗਦਾ ਪਾਣੀ ਨਿਕਲ ਫਿਰ ਜਾਂਦਾ, ਉਹਦੇ ਕੋਲ ਨਾ ਪਛਤਾਵੇ ਤੋਂ ਇਲਾਵਾ ਕੁਝ। ਕੋਈ ਹੱਲ ਨਹੀਂ ਹੈ। ਬਿਲਕੁਲ ਅੱਜ ਤੁਸੀਂ ਜਿਤਨੇ ਪੱਗਾਂ ਵਾਲੇ ਸਾਡੇ ਬਜ਼ੁਰਗ ਪੰਜਾਬ ਦੇ ਬੈਠੇ ਹੋਣ, ਉਹ ਸਾਰੇ ਦੇ ਸਾਰੇ ਤੁਹਾਨੂੰ ਇਹ ਮੱਤ ਦੇਣਗੇ। ਸਾਰੀ ਜ਼ਿੰਦਗੀ ਦੁਸ਼ਮਣਦਾਰੀਆਂ ਤੱਕਦੇ ਆਏ, ਕੋਪਾਂ ਬੰਦੂਕਾਂ ਜਿਹੜੀਆਂ ਅੱਜ ਮੁੰਡਿਆਂ ਸਾਡੀਆਂ ਚਾਹੀਆਂ ਉਹ ਤੱਕ ਕੇ ਛੋੜ ਕੇ ਬੈਠੇ ਹੋਏ, ਤੁਹਾਨੂੰ ਕਹਿਣਗੇ ਅੱਲਾ ਦਾ ਵਾਸਤਾ ਜੇ ਚੀਜ਼ਾਂ ਛੱਡ ਦਿਓ, ਰਿਸ਼ਤੇ ਬਚਾ ਲਓ। ਇੱਕ ਬਾਬਾ ਵੀ ਤੁਹਾਨੂੰ ਇਹ ਨਹੀਂ ਕਹੇਗਾ ਚੀਜ਼ ਰੱਖ ਲੈ, ਰਿਸ਼ਤਾ ਛੱਡ ਦੇ। ਬਿਲਕੁਲ ਆਖਰੀ ਜੰਗ ਬਹੁਤ ਜ਼ਿਆਦਾ ਦਲੀਲ ਦਿੱਤੀ ਜਾਂਦੀ, ਲੇਕਿਨ ਆਖਰੀ ਜੰਗ ਲੜਨੀ ਕਿਹਦੇ ਨਾਲ ਹੈ? ਇਹ ਵੀ ਤਾਂ ਪਤਾ ਲੱਗਾ ਨਾ ਕਿਹਦੇ ਨਾਲ ਲੜਨੀ ਹੈ। ਬਿਲਕੁਲ ਓਏ ਆਪਣੇ ਅੱਬੇ ਦੇ ਭਰਾ ਦੇ ਪੁੱਤਰ ਨਾਲ ਲੜਨੀ ਜੇ, ਉਹਦੇ ਪੁੱਤਰ ਨਾਲ ਲੜਨੀ ਜੇ ਜਿਹੜਾ ਤੇਰੇ ਜੰਮਣ ਹੋਣ ਤੇ ਨੱਚਦਾ ਰਿਹਾ, ਮਿਠਾਈਆਂ ਵੰਡਦਾ ਰਿਹਾ। ਕਿਹਦੇ ਨਾਲ ਲੜਨੀ, ਕਿਹਦੇ ਨਾਲ ਲੜਨੀ ਜੇ ਆਖਰੀ ਜੰਗ? ਓਏ ਇਹ ਖੂਨ ਦੇ ਰਿਸ਼ਤੇ ਜਿਨ੍ਹਾਂ ਕੋਲ ਨਹੀਂ, ਅੱਲਾ ਦੀ ਕਸਮ ਉਹਨਾਂ ਕੋਲ ਇੱਕ ਵਾਰ ਜਾ ਕੇ ਪੁੱਛ। ਕਦਰ ਉਹਨਾਂ ਕੋਲ ਹੈ। ਤੁਹਾਡਾ ਵੱਡਾ ਭਾਈ ਹੈ, ਨਹੀਂ ਵੱਡਾ ਭਾਈ ਕੀ ਹੁੰਦਾ ਤੁਸਾਂ ਨੂੰ ਪਤਾ ਹੈ? ਬਾਪ ਦੀ ਜਗ੍ਹਾ ਜਾ ਕੀ ਹੁੰਦਾ ਹੈ ਉਹਦੇ, ਤੁਸਾਂ ਕੋਲ ਆ ਕੇ ਕੋਈ ਪੁੱਛੇ? ਬਿਲਕੁਲ ਬਿਲਕੁਲ ਜਿਹਦਾ ਵੱਡਾ ਭਰਾ ਹੈ ਨਾ, ਉਹਦੇ ਕੋਲ ਨਹੀਂ ਪੁੱਛਣਾ, ਉਹਦੇ ਨੂੰ ਅੱਲਾ ਨੇ ਉਹ ਨਿਮਤ ਦਿੱਤੀ ਹੈ। ਬਿਲਕੁਲ ਜਿਹਦੇ ਕੋਲ ਨਹੀਂ, ਉਹਦੇ ਕੋਲ ਆ ਕੇ ਪੁੱਛੋ, ਫਿਰ ਉਹਨੂੰ ਪਤਾ ਤੁਹਾਨੂੰ ਦੱਸੇਗਾ ਵੀ ਵੱਡਾ ਭਰਾ ਦੀਆਂ ਕਿੰਨੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਨਿਭਾ ਰਿਹਾ। ਜਾ ਇਸੇ ਤਰ੍ਹਾਂ ਹੀ। ਤੇ ਜਿਨ੍ਹਾਂ ਕੋਲ ਖੂਨ ਦੇ ਰਿਸ਼ਤੇ ਨਹੀਂ, ਉਹ ਤੇ ਚਾਹੇ ਝੂਠ ਬੋਲੋ ਸੱਚ ਬੋਲੋ, ਠੀਕ ਹੈ, ਉਹ ਲੋਕ ਕਮਜ਼ੋਰ ਹੁੰਦੇ ਨੇ ਜਿਨ੍ਹਾਂ ਨਾਲ ਬਾਹਾਂ ਹੁੰਦੀਆਂ ਨੇ, ਖੂਨ ਦੇ ਰਿਸ਼ਤੇ ਹੁੰਦੇ ਨੇ। ਅਗਰ ਉਹਨਾਂ ਤੁਸੀਂ ਕਿਸੇ ਸੱਚ ਬੋਲ ਕੇ ਕੋਈ ਗਵਾਇਆ ਨਾ ਰਿਸ਼ਤਾ, ਤੇ ਤੁਸੀਂ ਚੰਗਾ ਕੰਮ ਕੋਈ ਨਹੀਂ ਕੀਤੇ ਆ। ਸਹੀ ਔਰ ਇਹ ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰ ਲਓ, ਜਿਸ ਹਵਾਲੇ ਨਾਲ ਚੈੱਕ ਕਰ ਲਓ, ਸਾਡੀ ਗੱਲ ਹੈ ਲਈ ਤੁਹਾਨੂੰ ਠੀਕ ਲੱਭੇਗੀ। ਰਿਸ਼ਤਾ ਜ਼ਰੂਰੀ ਹੈ, ਸੱਚ ਨਹੀਂ।